ਅਜਾਮਲ ਨੂੰ ਰਾਜੇ ਨੇ ਭਾਰੀ ਦੰਡ ਦਿੱਤਾ ਕਿ ਇਸ ਰਾਜ ਘਰਾਣੇ ਦੇ ਵਿੱਚ ਤੇਰੇ ਪਿਤਾ ਦੀ ਮੌਤ ਤੋਂ ਬਾਅਦ ਤੈਨੂੰ ਕਥਾ ਵਾਰਤਾ ਲਈ ਰੱਖਿਆ ਗਿਆ, ਪਰਮਾਤਮਾ ਦੀ ਕਥਾ ਕਰਨ ਲਈ ਰੱਖਿਆ ਗਿਆ, ਪਰ ਤੂੰ ਕੇਵਲ ਤੇ ਕੇਵਲ ਆਪਣੀ ਜ਼ੁਬਾਨ ਦੇ ਨਾਲ, ਆਪਣੇ ਸ਼ਬਦਾਂ ਦੇ ਨਾਲ, ਆਪਣੀ ਕਥਨੀ ਦੇ ਦੁਆਰਾ ਇੱਥੇ ਕਥਾ ਤੇ ਕਰਦਾ ਰਿਹਾ, ਪਰ ਤੇਰੀ ਕਰਨੀ ਤੇਰੀ ਕਥਨੀ ਤੇ ਨਹੀਂ ਟੁੱਕਦੀ। ਸੋ ਰਾਜੇ ਨੇ ਉਸ ਨੂੰ ਮ੍ਰਿਤੂ ਦੰਡ ਤੇ ਨਾ ਦਿੱਤਾ, ਲੇਕਿਨ ਉਸ ਦੀ ਸਾਰੀ ਜਾਇਦਾਦ ਜ਼ਬਤ ਕਰਕੇ ਉਸ ਦੀ ਘਰਵਾਲੀ ਨੂੰ ਦੇ ਦਿੱਤੀ ਤੇ ਅਜਾਮਲ ਨੂੰ ਦੇਸ਼ ਨਿਕਾਲੇ ਦਾ ਹੁਕਮ ਦੇ ਦਿੱਤਾ। ਪਿਆਰ ਵਾਲਿਓ, ਅਜਾਮਲ ਉਹ ਵੇਸ਼ਵਾ ਦੇ ਨਾਲ, ਆਪਣੀ ਪ੍ਰੇਮਿਕਾ ਦੇ ਨਾਲ ਦੇਸ਼ ਤੋਂ ਨਿਕਲ ਕਰਕੇ ਜੰਗਲਾਂ ਦੇ ਵਿੱਚ ਕੁਟੀਆ ਪਾ ਕੇ ਰਹਿਣ ਲੱਗ ਪਿਆ। ਉਹਦੇ ਘਰ 6 ਪੁੱਤਰ ਹੋਏ। 6 ਪੁੱਤਰਾਂ ਤੋਂ ਉਸ ਬਾਅਦ ਉਹਨੇ ਉੱਥੇ ਆਪਣਾ ਸਾਦਾ ਜੀਵਨ ਬਤੀਤ ਕਰਨਾ, ਜੰਗਲ ਦੇ ਵਿੱਚ ਹੀ ਉਹਨੇ ਆਪਣਾ ਬਾਕੀ ਦਾ ਜੀਵਨ ਗੁਜ਼ਾਰਨਾ ਸ਼ੁਰੂ ਕਰ ਦਿੱਤਾ। ਤੇ ਕਹਿੰਦੇ ਆ ਕਿ ਇੱਕ ਦਿਨ ਅਜਾਮਲ ਜੰਗਲ ਦੇ ਵਿੱਚ ਸ਼ਿਕਾਰ ਕਰਨ ਲਈ ਬਾਹਰ ਨਿਕਲਿਆ ਤੇ ਬਹੁਤ ਬਿਜਲੀ ਗੜਕਣ ਲੱਗ ਪਈ, ਮੀਂਹ ਪੈਣ ਲੱਗ ਪਿਆ, ਬਰਸਾਤ ਹੋਣ ਲੱਗ ਪਈ। ਤੇ ਕਹਿੰਦੇ ਉਸ ਵਕਤ ਇੱਕ ਸਾਧੂ, ਇੱਕ ਸੰਤ ਮਹਾਤਮਾ, ਪਿਆਰ ਵਾਲਿਓ, ਕਈ ਵਾਰ ਆਪਣੇ ਵੱਡੇ ਵਡੇਰਿਆਂ ਦੀਆਂ ਕਮਾਈਆਂ ਸਾਹਮਣੇ ਆ ਜਾਂਦੀਆਂ, ਵੱਡੇ ਵਡੇਰਿਆਂ ਦੇ ਕੀਤੇ ਹੋਏ ਚੰਗੇ ਕੰਮ ਸਾਹਮਣੇ ਆ ਜਾਂਦੇ ਆ, ਮਾਤਾ ਪਿਤਾ ਦੇ ਆਸ਼ੀਰਵਾਦ ਸਾਹਮਣੇ ਆ ਜਾਂਦੇ ਆ, ਤੇ ਬੰਦਾ ਮਾੜੇ ਕੰਮ ਕਰਨੋਂ ਹਟ ਜਾਂਦਾ ਵਾ। ਤਾਂ ਹੀ ਕਰਕੇ ਗੁਰੂ ਕੀ ਬਾਣੀ ਨੇ ਕਿਹਾ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਣਕੇ ਜਣੇ ਵਡੇਰੇ ਤੁਮ ਹੋ ਤਿਨਸਿਓ ਝਗਰਤ ਪਾਪ। ਕਿ ਐ ਬੰਦਿਆ, ਜਿਸ ਮਾਂ ਪਿਓ ਨੇ ਤੈਨੂੰ ਜਨਮ ਦਿੱਤਾ, ਜੇ ਅੱਜ ਉਹ ਮਾਂ ਪਿਓ ਤੈਨੂੰ ਕੋਈ ਚੰਗੀ ਸਿੱਖਿਆ ਦੇ ਰਹੇ ਨੇ ਤੇ ਉਹਨਾਂ ਨਾਲ ਝਗੜਾ ਨਾ ਕਰ, ਕਿਉਂਕਿ ਮਾਂ ਪਿਓ ਦੀ ਸਿੱਖਿਆ ਕਦੇ ਬੰਦੇ ਨੂੰ ਮਾਰਦੀ ਨਹੀਂ, ਬਲਕਿ ਬੰਦੇ ਨੂੰ ਤਾਰਦੀ ਹੈ। ਇੱਕ ਗੁਰੂ ਤੇ ਦੂਸਰਾ ਮਾਂ ਪਿਓ ਦੀ ਸਿੱਖਿਆ ਹਮੇਸ਼ਾ ਬੰਦੇ ਨੂੰ ਸਿੱਧੇ ਰਾਹ ਪਾਏਗੀ। ਪਿਆਰ ਵਾਲਿਓ, ਪਰ ਇਹ ਹਾਲਾਤ ਨੇ ਕਿ ਅੱਜ ਦੇ ਹਾਲਾਤਾਂ ਦੇ ਵਿੱਚ ਜਦੋਂ ਬੱਚਿਆਂ ਨੂੰ ਇਹ ਗੱਲ, ਮਾਂ ਪਿਓ ਕੋਈ ਗੱਲ ਸਮਝਾਉਂਦਾ ਏ ਕਿ ਉਹਦੇ ਨਾਲ ਸੰਗਤ ਨਾ ਰੱਖੋ, ਉਹਦੀ ਸੰਗਤ ਮਾੜੀ ਹੈ, ਤੇ ਬੱਚੇ ਹਮੇਸ਼ਾ ਕਹਿਣਗੇ ਤੁਹਾਨੂੰ ਜ਼ਿਆਦਾ ਪਤਾ, ਇਹ ਸਾਡੀ ਪਰਸਨਲ ਲਾਈਫ ਹੈ। ਪਰ ਇੱਦਾਂ ਨਹੀਂ ਹੋਣਾ ਚਾਹੀਦਾ। ਮਾਂ ਪਿਓ ਤੋਂ ਬਿਨਾਂ ਪਰਸਨਲ ਲਾਈਫ ਕੁਝ ਨਹੀਂ ਹੁੰਦੀ। ਖਾਲਸਾ ਜੀ, ਇੱਕ ਆਪਣਾ ਅਨੁਭਵ ਸਾਂਝਾ ਕਰਾਂ ਤੇ ਆਪ ਸਭ ਵੀ ਆਪਣਾ ਅਨੁਭਵ ਕਰ ਸਕਦੇ ਹੋ ਕਿ ਸੰਸਾਰ ਦੇ ਵਿੱਚ ਦੇਖੋ, ਕਿਸੇ ਸ਼ਖਸ ਦੀ, ਕਿਸੇ ਇਨਸਾਨ ਦੀ, ਸੰਸਾਰ ਦੇ 4 ਬੰਦਿਆਂ ਅੱਗੇ ਸੋਭਾ ਕਰੋ ਤੇ 4 ਦੇ ਵਿੱਚੋਂ 3-4 ਤੇ ਉਹਦੇ ਨਾਲ ਜੈਲਸ ਕਰਨ ਵਾਲੇ ਹੋਣਗੇ। ਉਹਦੀ ਸੋਭਾ ਸੁਣ ਨਹੀਂ ਸਕਦੇ, ਸੋਭਾ ਬਰਦਾਸ਼ਤ ਨਹੀਂ ਕਰ ਸਕਦੇ ਕਿ ਸਾਡੇ ਹੁੰਦਿਆਂ ਇਹਦੀ ਸੋਭਾ ਕਿਉਂ, ਸਾਡੇ ਹੁੰਦਿਆਂ ਇਹਦੀ ਸਿਫਤ ਕਿਉਂ, ਸਾਡੀ ਸਿਫਤ ਕਿਉਂ ਨਹੀਂ। ਪਰ ਇੱਕ ਮਾਂ, ਇੱਕ ਪਿਓ ਐਸੀ ਸ਼ਖਸੀਅਤ ਦੇ ਮਾਲਕ ਨੇ ਜਿਨ੍ਹਾਂ ਦੇ ਸਾਹਮਣੇ ਉਹਨਾਂ ਦੇ ਬੱਚੇ ਦੀ ਸੋਭਾ ਹੋਵੇ ਤੇ ਮਾਂ ਪਿਓ ਦੇ ਹਿਰਦੇ ਦੇ ਵਿੱਚ ਕਦੇ ਈਰਖਾ ਨਹੀਂ ਹੁੰਦੀ, ਮਾਂ ਪਿਓ ਦੇ ਹਿਰਦੇ ਦੇ ਵਿੱਚ ਕਦੇ ਦਵੈਸ਼ ਨਹੀਂ ਹੁੰਦੀ, ਮਾਂ ਪਿਓ ਦੇ ਹਿਰਦੇ 'ਚ ਕਦੇ ਫੁਰਨਾ ਨਹੀਂ ਹੁੰਦਾ ਕਿ ਸਾਡੇ ਬੱਚੇ ਦੀ ਸਿਫਤ ਕਿਉਂ ਕਰ ਰਹੇ ਨੇ, ਬਲਕਿ ਉਹਨਾਂ ਦਾ ਸੀਨਾ ਚੌੜਾ ਹੁੰਦਾ, ਉਹਨਾਂ ਦੀ ਛਾਤੀ ਚੌੜੀ ਹੁੰਦੀ ਆ ਕਿ ਸਾਡੇ ਬੱਚੇ ਦੀ ਸਿਫਤ ਸਾਰਾ ਸੰਸਾਰ ਕਰਦਾ। ਸੋ ਇਹ ਮੈਂ ਬੇਨਤੀ ਤਾਂ ਕੀਤੀ ਕਿ ਅਜਾਮਲ ਨੇ ਆਪਣੇ ਪਿਤਾ ਦੀ ਨਾ ਸੁਣੀ, ਜੀਵਨ ਭ੍ਰਿਸ਼ਟ ਹੋ ਗਿਆ, ਪਰ ਫਿਰ ਵੀ ਮਾਂ ਪਿਓ ਦੀ ਅਸੀਸ ਨੇ ਉਹਦੇ ਭ੍ਰਿਸ਼ਟ ਜੀਵਨ ਨੂੰ ਅਖੀਰ ਵੇਲੇ ਬਚਾ ਲਿਆ। ਸੋ ਮੈਂ ਬੇਨਤੀ ਤਾਂ ਕਰ ਰਿਹਾ ਕਿ ਇਹ ਕਿਰਪਾ ਕਿਸੇ ਕਿਸੇ 'ਤੇ ਬਖਸ਼ਿਸ਼ ਰਹਿਮਤ ਹੁੰਦੀ ਹੈ, ਪਰ ਆਪਾਂ ਯਤਨ ਕਰੀਏ ਜੋ ਸਤਿਗੁਰੂ ਨੇ ਕਿਹਾ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਣਕੇ ਜਣੇ ਵਡੇਰੇ ਤੁਮ ਹੋ ਤਿਨਸਿਓ ਝਗਰਤ ਪਾਪ। ਆਪਣੇ ਮਾਤਾ ਪਿਤਾ ਦੀ ਸਿੱਖਿਆ, ਆਪਣੇ ਮਾਤਾ ਪਿਤਾ ਦੇ ਆਗਿਆਕਾਰੀ ਹੋਣਾ ਚਾਹੀਦਾ। ਮੈਂ ਬੇਨਤੀ ਕਰਾਂ ਕਿ ਗੁਰੂ ਨਾਨਕ ਸਾਹਿਬ ਦਾ ਸਿੱਖ ਤੇ ਉਹ ਹੈ ਜਿਹੜਾ, ਪਿਆਰ ਵਾਲਿਓ, ਬੱਚਾ ਕੋਈ ਵੀ ਕੰਮ ਜਾਵੇ, ਸਕੂਲ ਜਾਵੇ, ਕਾਲਜ ਜਾਵੇ, ਤੇ ਕਾਲਜ ਸਕੂਲ ਜਾਣ ਤੋਂ ਪਹਿਲਾਂ, ਦਫ਼ਤਰ ਜਾਣ ਤੋਂ ਪਹਿਲਾਂ, ਭਾਵੇਂ ਜਿੰਨਾ ਮਰਜ਼ੀ ਵੱਡਾ ਬਣ ਜਾਵੇ, ਪਰ ਫਿਰ ਵੀ ਆਪਣੇ ਮਾਤਾ ਪਿਤਾ ਦੀ ਆਗਿਆ ਲੈ ਕੇ ਮਾਤਾ ਪਿਤਾ ਦੇ ਚਰਨ ਸਪਰਸ਼ ਕਰਕੇ ਜਾਵੇ, ਕਿਉਂਕਿ ਉਹਨਾਂ ਨੇ ਸੰਸਾਰ ਵਿਖਾਇਆ। ਤੇ ਸੱਚੀ ਗੱਲ ਹੈ, ਜੇ ਮਾਤਾ ਪਿਤਾ ਸੰਸਾਰ ਵਿਖਾ ਸਕਦੇ ਨੇ ਤੇ ਮਾਤਾ ਪਿਤਾ ਦੀ ਅਸੀਸ ਨਿਰੰਕਾਰ ਵੀ ਵਿਖਾ ਸਕਦੀ ਹੈ। ਸੋ ਮਾਤਾ ਪਿਤਾ ਦੇ ਆਗਿਆਕਾਰੀ ਹੋਣਾ ਇਹ ਗੁਰੂ ਕੀ ਬਾਣੀ ਦੀ ਸਿੱਖਿਆ ਹੈ, ਇਹ ਗੁਰੂ ਕੀ ਮੱਤ ਹੈ, ਇਹ ਗੁਰਮਤ ਹੈ। ਸਰੋਹ ਵਿਚਾਰ, ਰਾਜੇ ਨੇ ਜਦੋਂ ਦੇਸ਼ ਨਿਕਾਲਾ ਦੇ ਦਿੱਤਾ ਤੇ ਜੰਗਲ ਦੇ ਵਿੱਚ ਜਾ ਕੇ ਆਪਣਾ ਜੀਵਨ ਇੱਕ ਆਮ ਵਿਅਕਤੀ ਦੀ ਤਰ੍ਹਾਂ ਗੁਜ਼ਾਰਨ ਲੱਗ ਪਿਆ। ਕਰਨੀ ਹੋਰ ਹੋ ਗਈ ਸੀ, ਕਥਨੀ ਹੋਰ ਹੋ ਗਈ ਸੀ। ਇਸੇ ਕਰਕੇ ਰਾਜੇ ਨੇ ਇਹ ਦੰਡ ਦਿੱਤਾ। ਕਈ ਵਾਰ ਆਪਾਂ ਵੇਖਦੇ ਹਾਂ ਸੰਸਾਰ ਦੇ ਵਿੱਚ ਬੰਦਾ ਗੱਲਾਂ ਕਰਕੇ ਬਹੁਤ ਸੋਹਣੀਆਂ ਗੱਲਾਂ ਕਰ ਦਿੰਦਾ, ਗੱਲਾਂ ਅਸੀਂ ਚੰਗੀਆਂ ਆਚਾਰੀ ਬੁਰੀਆਂ, ਗੱਲਾਂ ਕਰਕੇ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਕਰਦਾ, ਬਹੁਤ ਵੱਡੇ ਵੱਡੇ ਉਪਦੇਸ਼ ਦਿੰਦਾ, ਪਰ ਜਦੋਂ ਉਸੇ ਬੰਦੇ ਦਾ ਜੀਵਨ ਵੇਖੋ ਨਾ ਤੇ ਖਾਲਸਾ ਜੀ, ਕਈ ਵਾਰ ਕਥਨੀ ਹੋਰ ਹੁੰਦੀ ਹੈ ਤੇ ਕਰਨੀ ਹੋਰ ਹੁੰਦੀ ਹੈ। ਸੋ ਸਾਰਿਆਂ ਨੂੰ ਅਰਦਾਸ ਕਰਨੀ ਚਾਹੀਦੀ ਹੈ, ਦਾਸ ਵੀ ਵਿੱਚ ਹੀ ਹੈ। ਇਹ ਅਰਦਾਸ ਹਮੇਸ਼ਾ ਕਰਨੀ ਚਾਹੀਦੀ ਹੈ ਕਿ ਜਿਹੜੀਆਂ ਗੱਲਾਂ ਮੈਂ ਦੂਜਿਆਂ ਨੂੰ ਕਹਿਣਾ ਉਹ ਗੱਲਾਂ ਮੈਂ ਖੁਦ ਵੀ ਕਮਾ ਸਕਾਂ,
ਉਹ ਗੱਲਾਂ ਮੈਂ ਆਪਣੇ ਜੀਵਨ ਦੇ ਵਿੱਚ ਲਾਗੂ ਵੀ ਕਰ ਸਕਾਂ। ਜੇ ਮੈਂ ਕਿਸੇ ਦੂਜੇ ਨੂੰ ਕੋਈ ਉਪਦੇਸ਼ ਦੇ ਰਿਹਾ ਤੇ ਮੈਂ ਆਪਣੇ ਜੀਵਨ ਦੇ ਵਿੱਚ ਝਾਤ ਪਾਵਾਂ ਪਹਿਲਾਂ ਕਿ ਕੀ ਮੇਰਾ ਜੀਵਨ ਉਸ ਕਥਨੀ ਦੇ ਉੱਤੇ ਢੁਕਦਾ ਹੈ, ਕਿ ਮੇਰੀ ਕਰਨੀ ਤੇ ਮੇਰੀ ਕਥਨੀ ਇੱਕੋ ਹੈ। ਸੋ ਅਜਾਮਲ ਜਦੋਂ ਜੰਗਲ ਦੇ ਵਿੱਚ ਸ਼ਿਕਾਰ ਕਰਨ ਲਈ ਗਿਆ, ਬਰਸਾਤ ਹੋਣ ਲੱਗ ਪਈ ਤੇ ਅੱਜ ਪਿਆਰ ਵਾਲਿਓ ਮਾਂ ਪਿਓ ਦੀ ਅਸੀਸ ਨੇ ਕੰਮ ਕਰਨਾ ਸੀ, ਕੋਈ ਚੰਗਾ ਕਰਮ ਸਾਹਮਣੇ ਆਉਣਾ ਸੀ ਕਿ ਇੱਕ ਸਾਧੂ, ਇੱਕ ਸੰਤ ਮਹਾਤਮਾ ਉਸ ਜੰਗਲ ਦੇ ਵਿੱਚੋਂ ਲੰਘ ਰਹੇ ਸਨ। ਜਦੋਂ ਜੰਗਲ 'ਚੋਂ ਲੰਘ ਰਹੇ ਸਨ, ਬਰਸਾਤ ਬਹੁਤ ਹੋਣ ਲੱਗ ਪਈ ਤੇ ਅਜਾਮਲ ਦੀ ਕੁਟੀਆ ਦੇਖੀ। ਹੁਣ ਅਜਾਮਲ ਦੀ ਜਿਹੜੀ ਘਰ ਦੀ ਉਹਦੀ ਪ੍ਰੇਮਿਕਾ, ਉਹ ਕੁਟੀਆ ਦੇ ਵਿੱਚ ਇਕੱਲੀ ਹੈ, ਉਹਦੇ ਬੱਚੇ ਉੱਥੇ ਨੇ, ਅਜਾਮਲ ਬਾਹਰ ਸੀ। ਸੰਤਾਂ ਨੇ ਸੋਚਿਆ ਕਿ ਕਿਉਂ ਨਾ ਇਸ ਕੁਟੀਆ ਦੇ ਵਿੱਚ ਥੋੜ੍ਹਾ ਚਿਰ ਰੋਕ ਕੇ ਵਿਸ਼ਰਾਮ ਕਰ ਲਵਾਂ, ਜਦੋਂ ਬਰਸਾਤ ਰੁਕ ਜਾਵੇਗੀ ਤੇ ਮੈਂ ਆਪਣੀ ਮੰਜ਼ਿਲ ਵੱਲ ਚੱਲ ਪਵਾਂਗਾ। ਹੁਣ ਜਦੋਂ ਉਹ ਸੰਤ ਰੱਬ ਦੇ ਪ੍ਰੇਰੇ ਹੋਏ, ਪ੍ਰਮਾਤਮਾ ਦੇ ਪ੍ਰੇਰੇ ਹੋਏ ਉਸ ਕੁਟੀਆ ਦੇ ਵਿੱਚ ਗਏ, ਅਜਾਮਲ ਦੀ ਘਰ ਦੀ ਨੂੰ ਇਹ ਗੱਲ ਗਈ, ਉਹ ਅਜਾਮਲ ਦੀ ਸੁਪਤਨੀ ਨੂੰ ਇਹ ਗੱਲ ਗਈ ਕਿ ਕੀ ਮੈਨੂੰ ਇਸ ਕੁਟੀਆ ਦੇ ਵਿੱਚ ਰਾਤ ਕੱਟਣ ਦੀ ਇਜਾਜ਼ਤ ਮਿਲ ਸਕਦੀ ਹੈ, ਕਿਉਂਕਿ ਬਰਸਾਤ ਬਹੁਤ ਹੋ ਰਹੀ ਹੈ, ਬਰਸਾਤ ਬੰਦ ਹੁੰਦੇ ਹੀ ਮੈਂ ਚਲਿਆ ਜਾਵਾਂਗਾ। ਅਜਾਮਲ ਦੀ ਪਤਨੀ ਨੇ ਕਿਹਾ ਕਿ ਜੀ ਹਾਂ, ਤੁਸੀਂ ਇਸ ਕੁਟੀਆ ਦੇ ਵਿੱਚ ਰੁਕ ਸਕਦੇ ਹੋ। ਉਸਨੇ ਬਹੁਤ ਸੇਵਾ ਭਾਵਨਾ ਦੇ ਨਾਲ ਸੰਤਾਂ ਨੂੰ ਆਦਰ ਸਤਿਕਾਰ ਸਹਿਤ ਅੰਦਰ ਲਿਆਂਦਾ, ਉਸ ਮਹਾਂਪੁਰਖ ਨੂੰ ਅੰਦਰ ਲਿਆਂਦਾ, ਸੋਹਣਾ ਆਸਨ ਵਿਛਾ ਕਰਕੇ ਮਹਾਂਪੁਰਖਾਂ ਨੂੰ ਮੰਜੇ ਦੇ ਉੱਤੇ ਬਿਠਾਇਆ। ਇਤਨੇ ਨੂੰ ਅਜਾਮਲ ਆ ਗਿਆ। ਉਹਨੇ ਵੇਖਿਆ ਕਿ ਇੱਕ ਸਾਧੂ, ਇੱਕ ਸੰਤ ਉਹ ਆਸਣ ਦੇ ਉੱਤੇ ਬਿਰਾਜਮਾਨ ਨੇ, ਮੇਰੀ ਕੁਟੀਆ ਦੇ ਵਿੱਚ ਆਏ ਹੋਏ ਨੇ। ਉਹਨੇ ਆਪਣੀ ਪਤਨੀ ਨੂੰ, ਆਪਣੀ ਘਰ ਦੀ ਨੂੰ ਜਾ ਕੇ ਜਦੋਂ ਸਾਰੀ ਵਾਰਤਾ ਪੁੱਛੀ, ਉਹਨੇ ਦੱਸਿਆ ਕਿ ਇਹਨਾਂ ਨੇ ਅੱਜ ਰਾਤ ਰਹਿਣਾ ਹੈ, ਕਿਉਂਕਿ ਬਰਸਾਤ ਬਹੁਤ ਹੋ ਰਹੀ ਸੀ। ਤੇ ਪਿਆਰ ਵਾਲਿਓ ਅਜਾਮਲ ਤੇ ਉਹਨੇ ਆਪਣੀ ਪਤਨੀ ਦੇ ਨਾਲ ਵਿਚਾਰ ਕੀਤੀ ਕਿ ਕਿਉਂ ਨਾ ਆਪਾਂ ਸੰਤਾਂ ਕੋਲ ਜਾ ਕੇ ਆਪਣੇ ਮਾੜੇ ਕਰਮਾਂ ਦੀ ਮਾफ़ੀ ਮੰਗ ਲਈਏ, ਆਪਣੀ ਕੀਤੇ ਹੋਏ ਗੁਨਾਹ ਬਖਸ਼ਾ ਲਈਏ। ਅੱਜ ਸੰਤ ਖੁਦ ਚੱਲ ਕੇ ਆਏ ਨੇ, ਇਹਨਾਂ ਕੋਲ ਜਾ ਕੇ ਆਪਣੀ ਭੁੱਲਾਂ ਬਖਸ਼ਾ ਲਈਏ ਤੇ ਕੀ ਪਤਾ ਸਾਡੇ ਮਾੜੇ ਕਰਮਾਂ ਦੀ ਮੈਲ ਧੁੱਪ ਜਾਵੇ। ਅੱਜ ਉਹ ਮਾਂ ਪਿਓ ਦੀ ਅਸੀਸ ਕੰਮ ਕੀਤੀ। ਦੋਨਾਂ ਨੇ ਸਲਾਹ ਬਣਾਈ, ਪਹਿਲਾਂ ਪ੍ਰਸ਼ਾਦੇ ਪਾਣੀ ਦੀ, ਜਲ ਪਾਣੀ ਦੀ ਸੇਵਾ ਕੀਤੀ, ਹੱਥ ਸੁੱਚੇ ਕਰਾਏ, ਚਰਨ ਸਪਰਸ਼ ਕੀਤੇ। ਦੋਨੋਂ ਜਾਣੇ ਮਹਾਂਪੁਰਖ ਦੇ ਕੋਲ ਜਾ ਕਰਕੇ ਬੈਠ ਗਏ। ਦੋਨਾਂ ਨੇ ਆਪਣੇ ਜੀਵਨ ਦੀ ਸਾਰੀ ਵਾਰਤਲਾ ਦੱਸੀ ਕਿ ਅਸੀਂ ਕਾਮ ਦੇ ਵਿੱਚ ਭ੍ਰਿਸ਼ਟ ਹੋਏ ਆਪਣਾ ਜੀਵਨ ਨਰਕ ਬਣਾ ਬੈਠੇ ਹਾਂ, ਕਿਰਪਾ ਕਰੋ ਸਾਡਾ ਜੀਵਨ ਸੁਧਰ ਜਾਵੇ, ਸਾਡੇ ਮਾੜੇ ਕਰਮਾਂ ਦੀ ਮੈਲ ਧੁੱਪ ਜਾਵੇ। ਪਿਆਰ ਵਾਲਿਓ, ਮੈਂ ਅਕਸਰ ਬੇਨਤੀ ਕਰਦਾ ਕਿ ਜਦੋਂ ਕੋਈ ਰੱਬ ਦਾ ਪਿਆਰਾ ਮਿਲੇ, ਗੁਰੂ ਕਾ ਪਿਆਰਾ ਮਿਲੇ ਨਾ, ਤੇ ਫਿਰ ਆਪਾਂ ਨੂੰ ਵੀ ਇਹ ਬਚਨ ਜ਼ਰੂਰ ਕਰਨਾ ਚਾਹੀਦਾ ਹੈ ਕਿ ਸਾਡੇ ਤੋਂ ਵੀ ਇਸ ਜਨਮ ਦੇ ਵਿੱਚ ਬਹੁਤ ਗੁਨਾਹ ਹੋਏ ਨੇ, ਕਿਰਪਾ ਕਰੋ ਕਿਤੇ ਸਾਨੂੰ ਵੀ ਰੱਬ ਨੂੰ ਜਪਣ ਦੀ ਜਾਗ ਲਾ ਦੇਵੋ, ਕਿਰਪਾ ਕਰੋ ਕਿਤੇ ਸਾਨੂੰ ਵੀ ਪਰਮਾਤਮਾ ਨੂੰ ਜਪਣ ਦੀ ਜੁਗਤੀ ਲਾ ਦੇਵੋ। ਕਿਉਂਕਿ ਪਿਆਰ ਵਾਲਿਓ, ਮੈਂ ਅਕਸਰ ਬੇਨਤੀ ਕਰਦਾ ਕਿ ਵੇਖੋ, ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇੱਕ ਜੰਗਲ ਦੇ ਵਿੱਚ ਰੋਜ਼ਾਨਾ ਕਥਾ ਵਾਰਤਾ ਕਰਦੇ, ਉਸ ਨਿਰੰਕਾਰ ਦੇ ਗੀਤ ਅਲਾਉਂਦੇ ਨੇ। ਤੇ ਪਿਆਰ ਵਾਲਿਓ, ਇੱਕ 7 ਸਾਲ ਦੀ ਆਯੂ ਦਾ ਬਾਲਕ ਰੋਜ਼ਾਨਾ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਇਲਾਹੀ ਬਚਨ ਸੁਣਦਾ, ਮਹਾਰਾਜ ਦੇ ਬਚਨ ਸੁਣਦਾ, ਸਭ ਤੋਂ ਪਹਿਲਾਂ ਆਉਂਦਾ, ਸਭ ਤੋਂ ਦੇਰੀ ਵਿੱਚ ਜਾਂਦਾ। ਇੱਕ ਵਾਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਮਾਪਤੀ ਤੋਂ ਬਾਅਦ, ਕੀਰਤਨ ਦੀ ਸਮਾਪਤੀ ਤੋਂ ਬਾਅਦ, ਉਸ 7 ਸਾਲ ਦੇ ਬਾਲਕ ਨੂੰ ਪੁੱਛਿਆ, ਬੇਟਾ ਇਤਨੀ ਛੋਟੀ ਉਮਰ ਤੇ ਪ੍ਰਮਾਤਮਾ ਦੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਨੂੰ, ਉਸ ਪ੍ਰਮਾਤਮਾ ਦੀ ਸਿਫਤ ਸਲਾਹ ਸੁਣਨ ਦਾ ਇੰਨਾ ਸ਼ੌਂਕ, ਇੰਨਾ ਚਿੱਤ ਲਾ ਕੇ ਸੁਣਦੇ ਹੋ, ਇਹ ਜਾਗ ਕਿੱਥੋਂ ਲੱਗੀ? ਕਿਉਂਕਿ ਇਹ ਵੇਖਣ ਵਿੱਚ ਆਉਂਦਾ ਕਿ ਬੰਦਾ ਅਕਸਰ ਇਹੀ ਗੱਲ ਕਹਿੰਦਾ, ਜਦੋਂ ਬਚਪਨ ਵਿੱਚ ਹੁੰਦਾ ਤੇ ਮਾਂ ਪਿਓ ਕਹਿੰਦੇ ਨੇ ਹਲੇ ਖੇਡਣ ਦੀ ਉਮਰ ਹੈ, ਵੱਡਾ ਹੋ ਕੇ ਜਪੇਗਾ। ਜਦੋਂ ਜਵਾਨੀ ਵਿੱਚ ਆਉਂਦਾ ਤੇ ਫਿਰ ਕਹਿੰਦਾ ਹਲੇ ਕੰਮ ਕਾਰ ਕਰਨ ਦੀ ਉਮਰ ਹੈ, ਬੁਢੇਪੇ ਵਿੱਚ ਜਪਾਂਗਾ। ਤੇ ਜਦੋਂ ਬੁਢੇਪੇ ਵਿੱਚ ਆਉਂਦਾ ਉਦੋਂ ਫਿਰ ਜਪਣ ਦੀ ਜਾਣ ਹੀ ਨਹੀਂ ਰਹਿੰਦੀ। ਨੈਣ ਹੋ ਨੀਰ ਬਹਿ ਤਨਖੀਨਾ, ਭਏ ਕੇਸ ਦੁਧਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੇ ਪ੍ਰਾਨੀ। ਬਚਪਨ ਵਿੱਚ ਖੇਡਾਂ 'ਚ ਨਹੀਂ ਜਪਿਆ, ਜਵਾਨੀ ਦੇ ਵਿੱਚ ਵਿਸ਼ਿਆਂ ਵਕਾਰਾਂ 'ਚ ਫਸ ਗਿਆ ਤਾਂ ਨਹੀਂ ਜਪਿਆ, ਤੇ ਬੁਢੇਪੇ ਦੇ ਵਿੱਚ ਅੱਖਾਂ ਕਮਜ਼ੋਰ ਹੋ ਗਈਆਂ ਕਿ ਬਾਣੀ ਪੜ੍ਹੀ ਨਹੀਂ ਜਾਂਦੀ, ਗਲੇ ਵਿੱਚ ਬਲਗਮ ਜੰਮ ਗਈ ਕਿ ਬਾਣੀ ਦਾ ਅਭਿਆਸ ਨਹੀਂ ਕੀਤਾ ਜਾਂਦਾ, ਔਰ ਹੱਡਾਂ ਦੇ ਵਿੱਚ ਹੁਣ ਜਾਣ ਨੇ ਕਿ ਚੌਂਕੜਾ ਲਾ ਕੇ ਜਾਂ ਗੁਰੂ ਘਰ ਜਾ ਕੇ ਸੇਵਾ ਕਰ ਸਕੇ। ਸੋ ਇਸੇ ਕਰਕੇ ਕਿਹਾ ਜਾਂਦਾ ਕਿ ਜੇ ਜਪਣਾ, ਜੇ ਭਗਤੀ ਕਰਨੀ ਹੈ ਤੇ ਫਿਰ ਜਵਾਨੀ ਤੋਂ ਜਾਂ ਬੁਢੇਪੇ ਤੋਂ ਹੀ ਨਹੀਂ, ਬਲਕਿ ਜਨਮ ਤੋਂ ਹੀ ਸ਼ੁਰੂ ਕਰ ਦਿਓ। ਭਾਵ ਮਾਂ ਪਿਓ ਬੱਚੇ ਦੇ ਜਨਮ ਤੋਂ ਹੀ ਉਸ ਨੂੰ ਭਗਤੀ, ਉਸ ਨੂੰ ਸਿਮਰਨ ਵੱਲ ਪ੍ਰੇਰਨਾ ਸ਼ੁਰੂ ਕਰ ਦੇਵੇ। ਉਸ 7 ਸਾਲ ਦੇ ਬੱਚੇ ਨੇ ਕਿਹਾ
ਜੀ ਮੈਂ ਇੱਕ ਦਿਨ ਆਪਣੀ ਮਾਤਾ ਦੇ ਨਾਲ ਖਾਣਾ ਪਕਾਉਣ ਦੇ ਵਿੱਚ ਮਦਦ ਕਰ ਰਿਹਾ ਸਾਂ। ਮੇਰੀ ਮਾਤਾ ਨੇ ਚੁੱਲ੍ਹਾ ਬਾਲਿਆ ਔਰ ਉਸ ਚੁੱਲ੍ਹੇ ਦੇ ਵਿੱਚ ਮੈਂ ਵੇਖਿਆ ਕਿ ਜੋ ਵੱਡੀਆਂ ਲੱਕੜਾਂ ਨੇ ਉਹ ਬਾਅਦ ਵਿੱਚ ਅੱਗ ਦੀ ਪਕੜ ਦੇ ਵਿੱਚ ਆਈਆਂ, ਛੋਟੀਆਂ ਲੱਕੜਾਂ ਅੱਗ ਦੀ ਪਕੜ ਦੇ ਵਿੱਚ ਸਭ ਤੋਂ ਪਹਿਲਾਂ ਆਈਆਂ। ਕਹਿੰਦੇ ਮੇਰੇ ਮਨ ਦੇ ਵਿੱਚ ਇਹ ਮੇਰੇ ਫੁਰਨਾ ਆਇਆ ਕਿ ਜੇ ਇਸ ਅਗਨੀ ਦੇ ਵਿੱਚ ਵੱਡੀਆਂ ਲੱਕੜਾਂ ਬਾਅਦ ਵਿੱਚ ਪਕੜ 'ਚ ਆਈਆਂ ਨੇ ਅਤੇ ਛੋਟੀਆਂ ਲੱਕੜਾਂ ਪਹਿਲਾਂ ਪਕੜ ਦੇ ਵਿੱਚ ਆਈਆਂ ਨੇ, ਮੇਰੇ 'ਚ ਫੁਰਨਾ ਆਇਆ ਕਿ ਮੈਂ ਇਹ ਸੰਸਾਰ ਦੇ ਵਿੱਚ ਇਨਸਾਨ ਵੀ ਇਹ ਵੀ ਤਾਂ ਇੱਕ ਲੱਕੜ ਹੀ ਹੈ ਅਤੇ ਇਹਦੇ ਉੱਤੇ ਕਾਲ ਦੀ ਅਗਨੀ ਸਦਾ ਹੀ ਬਲ ਰਹੀ ਹੈ। ਪਰ ਮੈਂ ਵੀ ਛੋਟਾ ਹਾਂ, ਮੈਂ ਵੀ ਛੋਟੀ ਲੱਕੜੀ ਦੀ ਤਰ੍ਹਾਂ ਵਾਂ। ਜੇ ਮੈਂ ਨਾ ਜਪਿਆ ਤਾਂ ਕਿਤੇ ਮੈਂ ਵੀ ਕਾਲ ਦੀ ਅਗਨੀ ਦੇ ਵਿੱਚ ਹੀ ਨਾ ਸੜ ਜਾਵਾਂ। ਸੋ ਜਪਣਾ ਚਾਹੀਦਾ। ਸੋ ਪਿਆਰ ਵਾਲਿਓ, ਉਹ 7 ਸਾਲ ਦਾ ਬਾਲਕ ਕੋਈ ਮਾਮੂਲੀ ਬਾਲਕ ਨਹੀਂ, ਉਹ ਬ੍ਰਹਮ ਗਿਆਨੀ ਬ੍ਰਹਮ ਬੇਤੇ ਬਾਬਾ ਬੁੱਢਾ ਸਾਹਿਬ ਜੀ ਨੇ ਜਿਨ੍ਹਾਂ ਨੇ ਇਹ ਬਚਨ ਕਹੇ। ਸੋ ਨਿੱਕੀ ਉਮਰ ਤੋਂ ਹੀ ਜੇ ਜਪਣ ਦੀ ਜਾਗ ਲੱਗ ਪਵੇ ਨਾ ਤੇ ਸਤਿਗੁਰੂ ਦੀ ਪਰਮਾਤਮਾ ਦੀ ਬਖਸ਼ਿਸ਼ ਜ਼ਰੂਰ ਵਰਤਦੀ ਹੈ। ਮਹਾਂਪੁਰਖਾਂ ਦੀ ਸੇਵਾ ਕੀਤੀ ਅਜਾਮਲ ਨੇ ਤੇ ਉਹਦੀ ਪਤਨੀ ਨੇ ਔਰ ਕਿਹਾ ਸਾਡਾ ਜੀਵਨ ਭ੍ਰਿਸ਼ਟ ਹੋ ਚੁੱਕਿਆ ਹੈ, ਸਾਡਾ ਜੀਵਨ ਨਰਕ ਬਣ ਚੁੱਕਿਆ ਹੈ। ਪਿਆਰ ਵਾਲਿਓ, ਮਹਾਂਪੁਰਖਾਂ ਨੇ ਉਹਨਾਂ ਦੇ ਵੱਲ ਤੱਕਿਆ, ਆਪਣੀ ਮੌਜ ਵਿੱਚ ਆਏ ਤੇ ਉਹਦੀ ਪਤਨੀ ਜਿਹਦੇ ਕਰਕੇ ਇੱਕ ਹੋਰ ਸੰਤਾਨ ਜਨਮ ਲੈਣ ਵਾਲੀ ਸੀ, ਮਹਾਂਪੁਰਖ ਕਹਿਣ ਲੱਗੇ ਕਿ ਬੇਟਾ ਆਪਣੇ ਆਉਣ ਵਾਲੇ ਬੱਚੇ ਦਾ ਨਾਮ ਨਾਰਾਇਣ ਰੱਖ ਦੇਣਾ, ਨਾਰਾਇਣ ਰੱਖ ਦੇਣਾ ਉਸ ਦਾ ਨਾਮ, ਅਤੇ ਪ੍ਰਮਾਤਮਾ ਤੁਸਾਂ 'ਤੇ ਕਿਰਪਾ ਕਰੇਗਾ, ਬਖਸ਼ਿਸ਼ ਕਰੇਗਾ, ਤੁਸਾਂ ਦੇ ਪਾਪ ਜ਼ਰੂਰ ਕੱਟੇਗਾ, ਮੈਲ ਜ਼ਰੂਰ ਧੋਵੇਗਾ। ਪਿਆਰ ਵਾਲਿਓ, ਇੰਨਾ ਕਹਿ ਕਰਕੇ ਉਹ ਮਹਾਂਪੁਰਖ ਚਲੇ ਗਏ ਅਤੇ ਅਜਾਮਲ ਦਾ 7ਵਾਂ ਪੁੱਤਰ ਜਿਹਦਾ ਨਾਮ ਨਾਰਾਇਣ ਸੀ, ਅਜਾਮਲ ਦਾ ਸਭ ਤੋਂ ਵੱਧ ਪ੍ਰੇਮ ਉਸੇ ਬੱਚੇ ਦੇ ਨਾਲ ਸੀ। ਬਾਰ-ਬਾਰ ਕਹਿਣਾ ਨਾਰਾਇਣ ਪੁੱਤ ਇੱਧਰ ਆਓ, ਨਾਰਾਇਣ ਬੇਟਾ ਇੱਧਰ ਆ, ਨਾਰਾਇਣ 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 ਕਹਿੰਦੇ ਕਹਿੰਦੇ ਜਾਗ ਲੱਗ ਗਈ ਕਿ ਜਦੋਂ ਮੌਤ ਦਾ ਵੇਲਾ ਆਇਆ ਉਦੋਂ ਵੀ ਨਾਰਾਇਣ 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 ਹੀ ਕਹਿੰਦਾ ਰਿਹਾ। ਕਹਿੰਦੇ ਅੰਤ ਸਵਾਸ ਪੂਰੇ ਹੋ ਗਏ ਅਤੇ ਸਵਾਸ ਵੀ ਪੂਰੇ ਨਾਰਾਇਣ ਨਾਰਾਇਣ ਦਾ ਜਾਪ ਕਰਦੇ ਹੋਏ ਕਹਿੰਦੇ ਨੇ ਜਦੋਂ ਮਾੜੇ ਕਰਮਾਂ ਕੀਤੇ ਸਨ ਅਤੇ ਜਮਾਂ ਦੇ ਦੂਤ ਵੀ ਆਏ ਅਤੇ ਉੱਧਰੋਂ ਸਵਰਗ ਦੇ ਵਿੱਚੋਂ ਰਾਮਗਣ ਵੀ ਆਏ। ਜਮਦੂਤ ਕਹਿਣ ਕਿ ਅਸੀਂ ਲੈ ਕੇ ਜਾਣਾ, ਰਾਮਗਣ ਕਹਿਣ ਕਿ ਇੰਨੇ ਨਾਰਾਇਣ ਦਾ ਜਾਪ ਕੀਤਾ ਅੰਤ ਵੇਲੇ ਔਰ ਹੁਣ ਵੀ ਨਾਰਾਇਣ ਨਾਰਾਇਣ ਦਾ ਜਾਪ ਕਰ ਰਿਹਾ ਹੈ, ਇਹਨੂੰ ਪਰਮਾਤਮਾ ਦੀ ਦਰਗਾਹ ਦੇ ਵਿੱਚ ਲੈ ਕੇ ਜਾਣਾ ਹੈ। ਅਤੇ ਪਿਆਰ ਵਾਲਿਓ, ਸਤਿਗੁਰੂ ਕਹਿੰਦੇ ਅਜਾਮਲ ਪਾਪੀ ਜਗ ਜਾਣੇ ਨਿਮਕ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾਮਨ ਤੈ ਭੀ ਉਤਰੇ ਪਾਰਾ। ਕਿ ਅਜਾਮਲ ਪਾਪੀ ਨੂੰ ਸਾਰਾ ਜੱਗ ਜਾਣਦਾ ਸੀ, ਪਰ ਇੱਕ ਮਹਾਂਪੁਰਖ ਨੇ ਜਪਣ ਦੀ ਜਾਗ ਲਾ ਦਿੱਤੀ ਅਤੇ ਅੰਤ ਵੇਲੇ ਇੱਕ ਖਿਣ ਦੇ ਵਿੱਚ ਉਹਦਾ ਪਾਰ ਉਤਾਰਾ ਹੋ ਗਿਆ। ਅਜਾਮਲ ਕਉ ਅੰਤ ਕਾਲ ਮਹਿਮਾ ਗਣ ਸੁਧਿਆਈ, ਜਾਗਤ ਕੋ ਜੋਗੀਸਰ ਬਾਚਤ ਸੋ ਸਤ ਛਿਨ ਮਹਿ ਪਾਈ। ਕਿ ਉਸ ਅਜਾਮਲ ਨੂੰ ਪਰਮਾਤਮਾ ਦਾ ਨਾਮ ਸਿਮਰਨ ਦੀ ਨਾਮ ਦੀ ਮਹਿਮਾ ਅੰਤ ਵੇਲੇ ਸੋਝੀ ਆ ਗਈ ਅਤੇ ਖਾਲਸਾ ਜੀ ਨਾਮ ਜਪਣ ਦੀ ਜਾਗ ਲੱਗ ਗਈ ਅਤੇ ਪਾਪਾਂ ਦੀ ਮੈਲ ਧੁੱਪ ਗਈ। ਅਤੇ ਮੈਂ ਬੇਨਤੀ ਕਰਾਂ ਕਿ ਜਿਹੜੇ ਅੱਜ ਕੱਲ੍ਹ ਇਹ ਗੱਲ ਕਹਿੰਦੇ ਆ ਕਿ ਵਾਹਿਗੁਰੂ ਜਪਣ ਦਾ ਲਾਭ ਕੀ ਹੈ, ਸਿਮਰਨ ਕਰਨ ਦਾ ਲਾਭ ਕੀ ਹੈ, ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨ ਦਾ ਲਾਭ ਕੀ ਹੈ, ਮੈਂ ਬੇਨਤੀ ਕਰਾਂ ਸਤਿਗੁਰੂ ਦੀ ਬਾਣੀ ਪੜ੍ਹੀਏ। ਮਹਾਰਾਜ ਨੇ ਕਿਹਾ ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜੇ ਸਿਮਰਤ ਗਣਕਾ ਸੀ ਉਦਰੀ ਤਾ ਕੋ ਜਸੁਰ ਧਾਰੋ। ਤੂੰ ਉਹਦਾ ਸਿਮਰਨ ਕਰ ਜਿਹਦਾ ਸਿਮਰਨ ਕੀਤਿਆਂ ਗਣਕਾ ਦਾ ਵੀ ਉਧਾਰ ਹੋ ਗਿਆ, ਜਿਹਦਾ ਸਿਮਰਨ ਕੀਤਿਆਂ ਅਜਾਮਲ ਦਾ ਉਧਾਰ ਹੋ ਗਿਆ, ਜਿਹਦਾ ਸਿਮਰਨ ਕੀਤਿਆਂ ਭਗਤ ਧਰੂ ਜੀ ਭਗਤ ਪ੍ਰਹਿਲਾਦ ਜੀ ਦਾ ਉਧਾਰ ਹੋ ਗਿਆ। ਜੇ ਤੂੰ ਵੀ ਉਹਦਾ ਸਿਮਰਨ ਕਰੇਂਗਾ ਤਾਂ ਤੇਰਾ ਉਧਾਰ ਵੀ ਜ਼ਰੂਰ ਹੋਵੇਗਾ। ਸੋ ਸਿਮਰਨ ਦੇ ਵਿੱਚ ਬਰਕਤ ਹੈ, ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਬੰਦਗੀ ਦੇ ਵਿੱਚ ਬਰਕਤ ਹੈ। ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਇਹ ਨਾਮ ਦਾ ਸੁਭਾਵ ਹੈ ਕਿ ਜਿਹੜਾ ਵੀ ਉਹਨੂੰ ਜਪਦਾ ਉਹ ਪਾਰ ਜ਼ਰੂਰ ਹੋ ਜਾਂਦਾ ਹੈ। ਨਾਨਕ ਕਹਿਤ ਚੇਤ ਚਿੰਤਾਮਨ ਤੈ ਭੀ ਉਤਰੇ ਪਾਰਾ, ਤੂੰ ਵੀ ਪਾਰ ਹੋ ਜਾਵੇਂਗਾ। ਖਾਲਸਾ ਜੀ ਸਰਬਲੋ ਗ੍ਰੰਥ ਸਾਹਿਬ ਦੇ ਵਿੱਚ ਵੀ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤੇ ਨੇ ਕਿ ਰੇ ਚਿਤ ਚੇਤ ਚਿੰਤਾਮਨ ਨਾਮ ਹਰੀ, ਆਜ ਕਾਲ ਤੋਹੇ ਗ੍ਰਸਹਿ ਭੀਰ ਪਝਾਰਤ ਸੀਸ ਫਰੀ, ਜੋ ਜਲ ਤੰਤ ਮੀਨ ਕੋ ਫਾਸਤ ਆਜ ਤੋਹੇ ਫਾਸਤ ਕਾਲ ਜਰੀ। ਸਤਿਗੁਰੂ ਕਹਿੰਦੇ ਕਿ ਐ ਮਣਾ, ਐ ਮੇਰਿਆ ਮੂਰਖਾ ਮਣਾ, ਉਸ ਪਰਮਾਤਮਾ ਨੂੰ ਚੇਤੇ ਕਰਿਆ ਕਰ, ਪਰਮਾਤਮਾ ਨੂੰ ਸਿਮਰਿਆ ਕਰ। ਕਿਉਂਕਿ ਤੇਰੇ ਸਿਰ ਦੇ ਉੱਤੇ ਕਾਲ ਰੂਪੀ ਤੇਂਦੂਆ ਸਦਾ ਮੰਡਰਾ ਰਿਹਾ। ਅਤੇ ਕਹਿੰਦੇ ਜਿਵੇਂ ਦਰਿਆ ਦੇ ਵਿੱਚ ਕੋਈ ਮੱਛੀ ਹੋਵੇ ਅਤੇ ਤੇਂਦੂਆ ਇੱਕਦਮ ਝਪੱਟਾ ਮਾਰ ਕੇ ਉਹਨੂੰ ਬਾਹਰ ਕੱਢ ਦਿੰਦਾ, ਉਸ ਮੱਛੀ ਦੇ ਸਵਾਸ ਖਿੱਚ ਲੈਂਦਾ, ਪ੍ਰਾਣ ਖਿੱਚ ਲੈਂਦਾ। ਕਹਿੰਦੇ ਬਸ ਠੀਕ ਇਸੇ ਤਰ੍ਹਾਂ ਜਦੋਂ ਕਾਲ ਰੂਪੀ ਤੇਂਦੂਏ ਨੂੰ ਉਸ ਅਕਾਲ ਦਾ ਹੁਕਮ ਹੋ ਗਿਆ
ਤੇ ਉਹਨੇ ਵੀ ਤੇਰੀ ਸਵਾਸਾਂ ਰੂਪੀ ਮੱਛੀ ਨੂੰ ਬਾਹਰ ਕੱਢ ਕੇ ਤੇਰੇ ਪ੍ਰਾਣ ਖਿੱਚ ਲੈਣੇ ਨੇ। ਇਸ ਕਰਕੇ ਜਪਣ ਦਾ ਯਤਨ ਕਰ। ਪਰਮਾਤਮਾ ਨੂੰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹ ਮਨ ਤਨ ਤਰਪੀਐ। ਜਪਿਆ ਕਰ ਔਰ ਜਪਣ ਵਾਲਿਆਂ ਦੀ ਸੰਗਤ ਕਰਿਆ ਕਰ, ਕਿਉਂਕਿ ਜਪਣ ਵਾਲਿਆਂ ਦੀ ਸੰਗਤ ਦੇ ਵਿੱਚੋਂ ਹੀ ਤੈਨੂੰ ਨਾਮ ਜਪਣ ਦੀ ਜਾਗ ਲੱਗੇਗੀ। ਜਿਵੇਂ ਪਿਆਰ ਵਾਲਿਓ ਆਪਾਂ ਬਚਨ ਪੜ੍ਹਦੇ ਹਾਂ ਕਿ ਘੋਰ ਦੁਖਿਅੰ ਅਨਕ ਹਤਿਅੰ ਜਨਮ ਦਰਿਦਰੰ ਮਹਾ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਕਹਿੰਦੇ ਭਾਵੇਂ ਜਨਮਾਂ ਜਨਮਾਂ ਦੀ ਪਾਪਾਂ ਦੀ ਮੈਲ ਹੋਵੇ, ਅਨੇਕਾਂ ਹੀ ਦੁੱਖ ਤੇਰੇ ਇਸ ਮਨ ਨੂੰ, ਤੇਰੇ ਇਸ ਤਨ ਨੂੰ ਚਿੰਬੜੇ ਹੋਣ, ਤੇਰਾ ਜੀਵਨ ਨਰਕ ਬਣ ਗਿਆ ਹੋਵੇ, ਪਰ ਜੇ ਤੂੰ ਤਾਂ ਵੀ ਉਸ ਪਰਮਾਤਮਾ ਦਾ ਸਿਮਰਨ ਕਰ ਲਵੇਂ ਤੇ ਤੇਰੇ ਲੱਖਾਂ ਹੀ ਪਾਪਾਂ ਦੀ ਮੈਲ ਸੜ ਕੇ ਸੁਆਹ ਹੋ ਸਕਦੀ ਹੈ। ਕਿਵੇਂ? ਕਹਿੰਦੇ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਕਹਿੰਦੇ ਨੇ ਪਰਮਾਤਮਾ ਦਾ ਨਾਮ ਸਿਮਰਨ ਕੀਤਿਆਂ, ਨਾਮ ਜਪਿਆਂ ਇਸ ਤਰ੍ਹਾਂ ਪਾਪਾਂ ਦੀ ਮੈਲ ਸੜ ਕੇ ਸੁਆਹ ਹੁੰਦੀ ਹੈ, ਜਿਵੇਂ ਲੱਕੜਾਂ ਦਾ ਵੱਡਾ ਢੇਰ ਹੋਵੇ ਤੇ ਲੱਕੜਾਂ ਦੇ ਵੱਡੇ ਜਿਹੇ ਢੇਰ ਨੂੰ ਇੱਕ ਨਿੱਕੀ ਜਿਹੀ ਚੰਗਾੜੀ ਸਾੜ ਕੇ ਸੁਆਹ ਕਰ ਦਿੰਦੀ ਹੈ। ਲੱਕੜਾਂ ਦੇ ਵੱਡੇ ਜਿਹੇ ਢੇਰ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਬਸ ਠੀਕ ਇਸੇ ਤਰ੍ਹਾਂ ਜਿੱਦਣ ਤੂੰ ਵੀ ਵਾਹਿਗੁਰੂ ਗੁਰਮੰਤਰ ਨੂੰ ਰਸਨਾ ਤੇ ਟਕਾ ਲਿਆ, ਵਾਹਿਗੁਰੂ ਗੁਰਮੰਤਰ ਨੂੰ ਧਿਆਉਣਾ ਸ਼ੁਰੂ ਕਰ ਦਿੱਤਾ, ਨਾਮ ਨੂੰ ਧਿਆਉਣਾ ਸ਼ੁਰੂ ਕਰ ਦਿੱਤਾ, ਸੱਚੀ ਗੱਲ ਹੈ ਜਨਮਾਂ ਜਨਮਾਂ ਦੀ ਲੱਗੀ ਹੋਈ ਮੈਲ ਦੇ ਲੱਕੜਾਂ ਦੇ ਢੇਰ ਨੂੰ ਇਸ ਨਾਮ ਨੇ ਸਾੜ ਕੇ ਸੁਆਹ ਕਰ ਦੇਣਾ। ਔਰ ਜਦੋਂ ਇਹ ਮੈਲ ਸੜ ਕੇ ਸੁਆਹ ਹੋ ਗਈ ਤੇ ਫਿਰ ਹਰ ਹਰ ਜਨ ਦੀ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੇ। ਫਿਰ ਉਸ ਪਰਮਾਤਮਾ ਦੇ ਵਿੱਚ ਤੇ ਤੇਰੇ ਵਿੱਚ ਅੰਤਰ ਨਹੀਂ ਰਵੇਗਾ। ਅਬ ਤੋਂ ਜਾਏ ਚੜ੍ਹੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ ਕੋਏ ਨਾ ਸਕੈ ਪਛਾਨੀ। ਇਸੇ ਕਰਕੇ ਆਪਾਂ ਰੋਜ਼ਾਨਾ ਆਨੰਦ ਸਾਹਿਬ ਦੇ ਵਿੱਚ ਬਚਨ ਪੜ੍ਹਦੇ ਹਾਂ ਕਿ ਮਹਾਰਾਜ ਨੇ ਕਿਹਾ ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕੈ, ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ। ਇਹ ਮੇਰਿਆ ਸਰੀਰਾ, ਸਤਿਗੁਰੂ ਕਹਿੰਦੇ ਆਪਣੇ ਸਰੀਰ ਨੂੰ ਸਵਾਲ ਪੁੱਛ ਕਿ ਇਹ ਮੇਰਿਆ ਸਰੀਰਾ, ਇਹ ਮਿੱਟੀ ਦੀ ਇਹ ਪੁਤਲੇ, ਤੂੰ ਸੰਸਾਰ ਦੇ ਵਿੱਚ ਆ ਕੇ ਕੀ ਕਰਮ ਕਰਨ ਲੱਗ ਪਿਆ। ਮਨ ਰੇ ਕੌਣ ਕੁਮਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ। ਸੰਸਾਰ ਦੇ ਵਿੱਚ ਗਲਕਤ ਹੋ ਗਿਆ, ਪਰਾਈ ਨਿੰਦਿਆ ਦੇ ਵਿੱਚ ਉਲਝ ਗਿਆ, ਪਰਾਏ ਤਨ ਵਿੱਚ ਉਲਝ ਗਿਆ, ਪਰਾਏ ਧਨ ਵਿੱਚ ਉਲਝ ਗਿਆ ਤੇ ਪਰਮਾਤਮਾ ਦਾ ਸਿਮਰਨ ਨਾ ਕੀਤਾ, ਬੰਦਗੀ ਨਾ ਕੀਤੀ। ਸਤਿਗੁਰੂ ਕਹਿੰਦੇ ਆਪਣੇ ਸਰੀਰ ਨੂੰ ਪੁੱਛ ਕਿ ਜਿਨਨੇ ਤੈਨੂੰ ਰਚਿਆ, ਜਿਸ ਪਰਮਾਤਮਾ ਨੇ ਤੇਰੀ ਰਚਨਾ ਕੀਤੀ, ਤੂੰ ਉਹਨੂੰ ਆਪਣੇ ਮਨ ਦੇ ਵਿੱਚੋਂ ਭੁਲਾ ਕਿਉਂ ਦਿੱਤਾ। ਉਸ ਅਕਾਲ ਪੁਰਖ ਵਾਹਿਗੁਰੂ ਨੂੰ, ਪਰਮਾਤਮਾ ਨੂੰ ਆਪਣੇ ਚੇਤੇ ਵਿੱਚੋਂ ਵਿਸਾਰ ਕਿਉਂ ਦਿੱਤਾ। ਸੋ ਸਤਿਗੁਰੂ ਕਹਿੰਦੇ ਸਿਮਰਨ ਕੀਤਿਆਂ ਹੀ ਪਾਪਾਂ ਦੀ ਮੈਲ ਧੁੱਪਦੀ ਹੈ, ਸਿਮਰਨ ਕੀਤਿਆਂ ਹੀ ਸਾਰੇ ਕਾਰਜ ਰਾਸ ਆਉਂਦੇ ਨੇ, ਸਿਮਰਨ ਕੀਤਿਆਂ ਹੀ ਸੰਸਾਰ ਦੇ ਵਿੱਚ ਸਫਲਤਾ ਮਿਲਦੀ ਹੈ, ਸਿਮਰਨ ਕੀਤਿਆਂ ਹੀ ਬੰਦੇ ਦੀ ਅਰਦਾਸ ਪੂਰੀ ਹੁੰਦੀ ਹੈ। ਖਾਲਸਾ ਜੀ, ਅੱਜ ਹਰ ਇੱਕ ਬੰਦਾ ਇਹ ਗੱਲ ਕਰਦਾ ਹੈ ਕਿ ਕੰਮ ਨਹੀਂ ਬਣਦੇ, ਅਰਦਾਸ ਪੂਰੀ ਨਹੀਂ ਹੁੰਦੀ, ਦੁੱਖ ਦੂਰ ਨਹੀਂ ਹੁੰਦੇ, ਚਿੰਤਾ ਦੂਰ ਨਹੀਂ ਹੁੰਦੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਰ-ਬਾਰ ਇਹ ਬਚਨ ਗੁਰੂ ਕੇ ਸਿੱਖ ਨੂੰ ਉਪਦੇਸ਼ ਦਿੰਦੇ ਨੇ ਕਿ ਗੁਰੂ ਕੈ ਸਿੱਖਾ ਸਿਮਰਨ ਕੀਤਿਆਂ ਹੀ ਤੇਰੇ ਅੰਦਰ ਨਾਮ ਵਸੇਗਾ, ਤੇ ਨਾਮ ਜਦੋਂ ਵਸੇਗਾ ਤੇ ਸੁੱਖਾਂ ਦੀ ਦਾਤ ਮਿਲੇਗੀ। ਜਦੋਂ ਨਾਮ ਵਸੇਗਾ ਅਰਦਾਸ ਸੁਣੀ ਜਾਵੇਗੀ, ਜਦੋਂ ਨਾਮ ਵਸੇਗਾ ਤੇ ਦੁੱਖਾਂ ਤੋਂ, ਚਿੰਤਾ ਤੋਂ, ਪਰੇਸ਼ਾਨੀਆਂ ਤੋਂ ਛੁਟਕਾਰਾ ਹੋਵੇਗਾ। ਸੁਰਹੋ ਵਿਚਾਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਕਿ ਏਕ ਚਿੱਤ ਜੇ ਇੱਕ ਛਿਨ ਧਿਆਇਓ, ਜਿਹਨੇ ਇੱਕ ਖਿਨ ਵੀ ਉਸ ਪਰਮਾਤਮਾ ਨੂੰ ਧਿਆਇਆ, ਜਿਹਨੇ ਪਰਮਾਤਮਾ ਦਾ ਸਿਮਰਨ ਕੀਤਾ, ਕਾਲ ਫਾਸ ਕੇ ਵਿੱਚ ਨਾ ਆਇਓ, ਉਹ ਮੁੜ ਕੇ ਕਾਲ ਦੀ ਫਾਹੀ ਵਿੱਚ ਨਹੀਂ ਆਇਆ। ਭਾਵੇਂ ਉਹ ਗਣਕਾ ਸੀ, ਭਾਵੇਂ ਉਹ ਅਜਾਮਲ ਸੀ, ਭਾਵੇਂ ਭਗਤ ਧਰੂ ਨੇ ਜਪਿਆ, ਭਾਵੇਂ ਭਗਤ ਪ੍ਰਹਿਲਾਦ ਨੇ ਜਪਿਆ, ਭਾਵੇਂ ਭਗਤ ਨਾਮਦੇਵ ਜੀ ਨੇ ਜਪਿਆ, ਭਾਵੇਂ ਭਗਤ ਧੰਨਾ ਜੀ ਨੇ ਜਪਿਆ, ਭਾਵੇਂ ਭਗਤ ਪੀਪਾ ਜੀ ਨੇ ਜਪਿਆ, ਭਾਵੇਂ ਭਗਤ ਫਰੀਦ ਜੀ ਨੇ, ਭਗਤ ਕਬੀਰ ਜੀ ਨੇ ਜਪਿਆ, ਜਿਨਨੇ ਵੀ ਪ੍ਰਮਾਤਮਾ ਦੇ ਨਾਮ ਨੂੰ ਧਿਆਇਆ, ਜਿਨ ਜਿਨ ਨਾਮ ਧਿਆਇਆ ਤਿਨਕੇ ਕਾਜ ਸਰੇ। ਜਿਨਨੇ ਵੀ ਧਿਆਉਣਾ ਸ਼ੁਰੂ ਕਰ ਦਿੱਤਾ ਉਹਨੂੰ ਪਰਮਾਤਮਾ ਦੀ ਪ੍ਰਾਪਤੀ ਜ਼ਰੂਰ ਹੋਈ। ਪਰ ਗੱਲ ਹੈ ਖਾਲਸਾ ਜੀ, ਬੰਦਾ ਅਕਸਰ ਜਪਦਾ ਨਹੀਂ, ਸਿਮਰਨ ਨਹੀਂ ਕਰਦਾ, ਮਾੜੇ ਕੰਮਾਂ ਦੇ ਵਿੱਚ ਉਲਝ ਕੇ ਆਪਣਾ ਜੀਵਨ ਇਹ ਗਲਕਤ ਕਰ ਲੈਂਦਾ, ਨਰਕ ਬਣਾ ਲੈਂਦਾ। ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ
ਕਿ ਕਈ ਵਾਰ ਬੰਦੇ ਦੇ ਮਾੜੇ ਕਰਮ ਐਸੇ ਹੁੰਦੇ ਨੇ ਕਿ ਭਾਵੇਂ ਮਾਤਾ ਪਿਤਾ ਜਾਂ ਸੰਗੀ ਸਾਥੀ ਜਿੰਨੀ ਮਰਜ਼ੀ ਸਿੱਖਿਆ ਦੇਣ, ਪਰ ਬੰਦਾ ਫਿਰ ਵੀ ਇਹ ਗੱਲ ਕਹਿੰਦਾ ਕਿ ਮੇਰੀ ਲਾਈਫ ਹੈ, ਮੇਰਾ ਜੀਵਨ ਹੈ, ਮੈਂ ਇਹਨਾਂ ਦੀ ਕਿਉਂ ਸੁਣਾ। ਅਤੇ ਬਾਅਦ ਵਿੱਚ ਜਦੋਂ ਗਲਤੀ ਦਾ ਨਤੀਜਾ ਮਿਲਦਾ, ਜਦੋਂ ਫਲ ਮਿਲਦਾ, ਫਲ ਭੁਗਤਣਾ ਪੈਂਦਾ, ਫਿਰ ਪਛਤਾਵਾ ਵੀ ਹੱਥ ਵਿੱਚ ਆਉਂਦਾ ਅਤੇ ਇਹ ਗੱਲ ਵੀ ਕਹਿੰਦਾ ਕਿ ਰੱਬਾ, ਇਹ ਪ੍ਰਮਾਤਮਾ ਤੂੰ ਮੇਰੇ ਨਾਲ ਕੀ ਕਰ ਦਿੱਤਾ। ਪਰ ਪਾਤਸ਼ਾਹ ਕਹਿੰਦੇ ਦੱਦਾ ਦੋਸ ਨ ਦਊ ਕਿਸੈ, ਦੋਸ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਵਰਜਨਾ, ਐਸੇ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ। ਕਿਸੇ ਨੂੰ ਦੋਸ਼ ਨਾ ਦੇ, ਦੋਸ਼ ਤੇ ਤੇਰੇ ਕੀਤੇ ਕਰਮਾਂ ਦਾ ਏ। ਮੈਂ ਇੱਕ ਮਿਥਿਹਾਸਕ ਘਟਨਾ ਆਪ ਜੀ ਦੇ ਨਾਲ ਸਾਂਝੀ ਕਰਾਂ ਕਿ ਬੰਦੇ ਨੂੰ ਜਦੋਂ ਕੋਈ ਸਿੱਖਿਆ ਦਿੱਤੀ ਜਾਂਦੀ ਹੈ ਸੁਣਦਾ ਨਹੀਂ, ਪਰ ਜਦੋਂ ਫਲ ਮਿਲਦਾ ਫਿਰ ਇਹ ਪਰਮਾਤਮਾ 'ਤੇ ਸੱਟ ਦਿੰਦਾ। ਕਹਿੰਦੇ ਨੇ ਇੱਕ ਫਕੀਰ ਦੀ ਕੁਟੀਆ ਦੇ ਸਾਹਮਣੇ ਇੱਕ ਰੁੱਖ ਦੀ ਛਾਵੇਂ 3 ਵਿਅਕਤੀ ਖੜੇ ਹੋਏ ਸਨ। ਅਚਾਨਕ ਹਵਾ ਚੱਲਣ ਲੱਗ ਪਈ, ਥੋੜ੍ਹੀ ਦੇਰ ਦੇ ਵਿੱਚ ਤੂਫਾਨ ਆ ਗਿਆ, ਬਰਸਾਤ ਹੋਣ ਲੱਗ ਪਈ ਅਤੇ ਉਸ ਰੁੱਖ ਦੀ ਛਾਵੇਂ ਜਿਹੜੇ 3 ਵਿਅਕਤੀ ਖੜੇ ਸਨ ਉਹ ਫਕੀਰ ਦੀ ਕੁਟੀਆ ਵੇਖ ਕੇ ਕਹਿਣ ਲੱਗੇ, ਚਲੋ ਫਕੀਰ ਦੀ ਕੁਟੀਆ ਦੇ ਵਿੱਚ ਚੱਲਦੇ ਹਾਂ, ਕਿਤੇ ਰੁੱਖ ਦੀ ਟਾਹਣੀ ਹਵਾ ਦੇ ਨਾਲ ਤੂਫਾਨ ਨਾਲ ਟੁੱਟ ਕੇ ਡਿੱਗ ਗਈ ਸਿਰ 'ਤੇ ਸਾਡੀ ਜਾਨ ਨਿਕਲ ਜਾਵੇਗੀ, ਮੌਤ ਆ ਜਾਵੇਗੀ। ਫਕੀਰ ਦੀ ਕੁਟੀਆ ਵਿੱਚ ਚੱਲਦੇ ਹਾਂ। ਪਰ ਉਹ ਤੀਸਰਾ ਵਿਅਕਤੀ ਕਹਿਣ ਲੱਗਾ ਕਿ ਨਹੀਂ ਤੁਸੀਂ ਜਾਓ, ਮੈਨੂੰ ਤੇ ਜੇ ਰੱਬ ਹੀ ਆ ਕੇ ਕਹੇਗਾ ਤੇ ਮੈਂ ਤਾਂ ਹੀ ਜਾਵਾਂਗਾ, ਜੇ ਰੱਬ ਮੈਨੂੰ ਬਚਾਵੇਗਾ ਮੈਂ ਚਲਿਆ ਜਾਵਾਂਗਾ। ਅਤੇ ਪਿਆਰ ਵਾਲਿਓ, ਉਹ ਦੋਵੇਂ ਵਿਅਕਤੀ ਫਕੀਰ ਦੀ ਕੁਟੀਆ ਵਿੱਚ ਚਲੇ ਗਏ। ਤੂਫਾਨ ਤੇਜ਼ ਹੋਇਆ, ਉਹਨਾਂ ਨੇ ਫਕੀਰ ਨੂੰ ਕਿਹਾ ਕਿ ਉਸ ਨੂੰ ਆਵਾਜ਼ ਲਗਾਈਏ ਤਾਂ ਜੋ ਉਹ ਵੀ ਇੱਧਰ ਕੁਟੀਆ ਦੀ ਸ਼ਰਨੀ ਆ ਜਾਵੇ, ਕੁਟੀਆ ਦੇ ਵਿੱਚ ਆ ਜਾਵੇ। ਕਿਤੇ ਜੇ ਟਾਹਣੀ ਟੁੱਟ ਗਈ ਤੇ ਉਹ ਮਰ ਜਾਵੇਗਾ, ਜੇ ਸਿਰ 'ਤੇ ਟਾਹਣੀ ਡਿੱਗ ਗਈ ਟੁੱਟ ਕੇ। ਫਕੀਰ ਨੇ ਉਹਨੂੰ ਆਵਾਜ਼ ਲਗਾਈ, ਪੁਰਖਾ ਸੱਜਣਾ ਤੂੰ ਕੁਟੀਆ ਵਿੱਚ ਆ ਜਾ, ਤੂਫਾਨ ਤੇਜ਼ ਹੋ ਚੁੱਕਿਆ ਹੈ, ਬਰਸਾਤ ਝੱਖੜ ਤੇਜ਼ ਹੋ ਚੁੱਕੀ ਹੈ, ਤੇਰੀ ਜਾਨ ਨੂੰ ਖਤਰਾ ਹੈ। ਉਹ ਕਹਿਣ ਲੱਗਾ ਜੇ ਪ੍ਰਮਾਤਮਾ ਕਹੇਗਾ, ਖੁਦ ਖੁਦਾ ਕਹੇਗਾ, ਰੱਬ ਕਹੇਗਾ ਤੇ ਮੈਂ ਆ ਜਾਵਾਂਗਾ। ਬਸ ਇਹੀ ਗੱਲ ਹੈ, ਬੰਦਾ ਗਲਤੀ ਕਰਨ ਲੱਗਿਆਂ ਬਾਰ-ਬਾਰ ਇਹੀ ਕਹਿੰਦਾ ਵੀ ਰੱਬ ਹੀ ਕਵੇ। ਪਰ ਪਿਆਰ ਵਾਲਿਓ, ਇਸ ਕਹਾਣੀ ਦੇ ਵਿੱਚੋਂ ਹੀ ਸਿੱਖਿਆ ਮਿਲਣੀ ਹੈ। ਕਹਿੰਦੇ ਨੇ ਦੂਸਰੀ ਵਾਰ ਕਿਹਾ ਪਰ ਉਹ ਮੰਨਿਆ ਨਹੀਂ। ਇਤਨੇ ਨੂੰ ਇੱਕ ਵਿਅਕਤੀ ਉੱਧਰੋਂ ਦੀ ਗੁਜ਼ਰ ਰਿਹਾ ਸੀ, ਉਸਨੇ ਉਸ ਸ਼ਖਸ ਨੂੰ ਵੇਖਿਆ ਕਿ ਇਹ ਰੁੱਖ ਦੀ ਛਾਵੇਂ ਖੜਾ ਹੈ, ਤੂਫਾਨ ਚੱਲ ਰਿਹਾ ਹੈ, ਕਿਤੇ ਟਾਹਣੀ ਡਿੱਗੀ ਦੇ ਸਿਰ 'ਤੇ ਇਹ ਮਰ ਨਾ ਜਾਵੇ। ਕਹਿਣ ਲੱਗਾ, ਉਹ ਭਾਈ ਤੂੰ ਕੁਟੀਆ ਵਿੱਚ ਚਲਿਆ ਜਾ, ਤੇਰੀ ਜਾਨ ਨੂੰ ਖਤਰਾ ਹੈ। ਉਹ ਕਹਿਣ ਲੱਗਾ ਨਹੀਂ, ਖੁਦ ਖੁਦਾ ਕਹੇਗਾ ਤੇ ਮੈਂ ਚਲਿਆ ਜਾਵਾਂਗਾ, ਖੁਦਾ ਮੈਨੂੰ ਬਚਾਵੇਗਾ, ਮੈਂ ਚਲਿਆ ਜਾਵਾਂਗਾ। ਅਤੇ ਪਿਆਰ ਵਾਲਿਓ, ਉਹਨੇ ਮੱਥੇ 'ਤੇ ਹੱਥ ਮਾਰਿਆ, ਕਹਿੰਦੇ ਇਹ ਨਹੀਂ ਸੁਣਦਾ ਕਿਸੇ ਦੀ। ਉਹ ਸ਼ਖਸ ਵੀ ਉੱਥੋਂ ਜਾਣ ਲੱਗਾ, ਤੂਫਾਨ ਤੇਜ਼ ਹੋਇਆ, ਰੁੱਖ ਦੀ ਟਾਹਣੀ ਟੁੱਟੀ ਅਤੇ ਉਹਦੇ ਸਿਰ 'ਤੇ ਆ ਕੇ ਵੱਜੀ ਅਤੇ ਉਹਦੀ ਮੌਤ ਹੋ ਗਈ। ਅਤੇ ਉੱਧਰ ਫਕੀਰ ਦੀ ਕੁਟੀਆ ਦੇ ਵਿੱਚ ਜਿਹੜੇ 2 ਵਿਅਕਤੀ ਬੈਠੇ ਸਨ ਉਹ ਕਹਿਣ ਲੱਗੇ, ਖੁਦਾ ਨੇ ਅੱਜ ਨਿਆਏ ਨਹੀਂ ਕੀਤਾ, ਖੁਦਾ ਨੇ ਅੱਜ ਬਹੁਤ ਮਾੜਾ ਕੀਤਾ। ਫਕੀਰ ਕਹਿਣ ਲੱਗਾ, ਖੁਦਾ 'ਤੇ ਦੋਸ਼ ਕਿਸ ਗੱਲ ਦਾ, ਖੁਦਾ ਨੂੰ ਉਲਾਮਾ ਕਿਸ ਗੱਲ ਦਾ, ਪਰਮਾਤਮਾ ਨੂੰ ਕਿਹੜੀ ਗੱਲ ਦਾ ਉਲਾਮਾ। ਉਹ ਕਹਿਣ ਲੱਗੇ, ਇੰਨੇ ਵਿਚਾਰੇ ਨੇ 3 ਵਾਰੀ ਕਿਹਾ ਕਿ ਖੁਦਾ ਮੈਨੂੰ ਬਚਾਵੇ ਤੇ ਮੈਂ ਆ ਜਾਵਾਂਗਾ, ਜੇ ਖੁਦਾ ਮੈਨੂੰ ਕਹੇਗਾ ਤੇ ਮੈਂ ਕੁਟੀਆ ਵਿੱਚ ਆ ਜਾਵਾਂਗਾ, ਪਰ ਖੁਦਾ ਨੇ ਇਹਨੂੰ ਕਿਹਾ ਕਿਉਂ ਨਹੀਂ। ਉਹ ਫਕੀਰ ਕਹਿਣ ਲੱਗਾ, ਭਲਿਓ ਖੁਦਾ ਨੇ ਤੇ 3 ਵਾਰ ਕਿਹਾ, ਪਰ ਉਹਨੇ 3 ਵਾਰ ਅਣਸੁਣੀ ਕਰ ਦਿੱਤੀ। ਪਹਿਲੀ ਵਾਰ ਤੁਸਾਂ ਦੇ ਰੂਪ ਦੇ ਵਿੱਚ ਖੁਦਾ ਨੇ ਕਿਹਾ, ਦੂਸਰੀ ਵਾਰ ਖੁਦਾ ਨੇ ਮੈਨੂੰ ਹੁਕਮ ਲਾਇਆ, ਮੈਂ ਉਹਨੂੰ ਕਿਹਾ ਕੁਟੀਆ ਵਿੱਚ ਆ ਜਾ, ਤੀਸਰੀ ਵਾਰ ਖੁਦਾ ਉਸ ਵਿਅਕਤੀ ਦੇ ਰੂਪ ਦੇ ਵਿੱਚ ਉਹਨੂੰ ਕਹਿ ਗਿਆ ਕਿ ਤੂੰ ਕੁਟੀਆ ਵਿੱਚ ਚਲਿਆ ਜਾ, ਪਰ ਉਹਨੇ ਖੁਦਾ ਦੀ ਗੱਲ ਅਣਸੁਣੀ ਕਰ ਦਿੱਤੀ ਅਤੇ ਮੌਤ ਨੂੰ ਪ੍ਰਾਪਤ ਹੋ ਗਿਆ। ਬਸ ਇਹੋ ਗੱਲ ਹੈ, ਜਦੋਂ ਆਪਾਂ ਵੀ ਕੋਈ ਮਾੜਾ ਕੰਮ ਕਰਨ ਲੱਗਦੇ ਹਾਂ ਜਾਂ ਸੰਸਾਰ ਦੇ ਵਿੱਚ ਕੋਈ ਗੁਨਾਹ ਕੋਈ ਧਰੋਹ ਕਮਾਉਣ ਲੱਗਦੇ ਹਾਂ, ਸਾਡੇ ਹਿਰਦੇ 'ਚੋਂ ਵੀ ਇੱਕ ਆਵਾਜ਼ ਆਉਂਦੀ ਹੈ, ਇਹ ਕੰਮ ਨਾ ਕਰ। ਕਈ ਵਾਰ ਸਾਨੂੰ ਕੋਈ ਨਾ ਕੋਈ ਸਮਝਾ ਕੇ ਜ਼ਰੂਰ ਜਾਂਦਾ, ਇਹ ਕੰਮ ਨਾ ਕਰ, ਪਰ ਮਾੜੇ ਕਰਮ ਐਸੇ ਸਾਹਮਣੇ ਆਉਂਦੇ ਨੇ ਕਿ ਅਸੀਂ ਉਹਨਾਂ ਦੀ ਆਵਾਜ਼ ਅਣਸੁਣੀ ਕਰ ਦਿੰਦੇ ਹਾਂ ਅਤੇ ਜਦੋਂ ਫਲ ਭੁਗਤਣਾ ਪੈਂਦਾ ਫਿਰ ਦੋਸ਼ ਪ੍ਰਮਾਤਮਾ ਨੂੰ ਦਿੰਦੇ ਹਾਂ, ਦੋਸ਼ ਉਸ ਖੁਦਾ ਨੂੰ ਦਿੰਦੇ ਹਾਂ। ਪਰ ਸਤਿਗੁਰੂ ਕਹਿੰਦੇ ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ। ਸੋ ਇੱਥੇ ਇੱਕ ਛੰਦ ਦੀ ਵਿਸਥਾਰ ਪੂਰਵਕ ਜੋ ਵਿਚਾਰ ਦੀ ਸਮਾਪਤੀ ਹੁੰਦੀ ਹੈ। ਅੱਗੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਤਵ ਪ੍ਰਸਾਦ ਕਬਿਤ। ਤਵ ਪ੍ਰਸਾਦ ਤੋਂ ਭਾਵ ਖਾਲਸਾ ਜੀ ਤੇਰੀ ਕਿਰਪਾ, ਤੇਰੀ ਬਖਸ਼ਿਸ਼ ਦੁਆਰਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹੁਣ ਕਬਿਤ ਦੀ ਰਚਨਾ ਕਰਨ ਲੱਗਾ ਹਾਂ। ਕਬਿਤ ਤੋਂ ਭਾਵ ਛੰਦ ਜਿਹਦੇ ਖਾਲਸਾ ਜੀ 4 ਚਰਨ ਹੋਣ, ਉਸ ਨੂੰ ਕਬਿਤ ਕਿਹਾ ਜਾਂਦਾ ਹੈ। ਔਰ ਇਸ ਦੇ ਵਿੱਚ ਕੁੱਲ 31 ਅੱਖਰ ਹੁੰਦੇ ਨੇ।
4 ਚਰਨਾਂ ਦੇ ਵਿੱਚ 31 ਅੱਖਰ ਹੁੰਦੇ ਨੇ, 3 ਵਿਸ਼ਰਾਮ ਇਹਦੇ 8-8 ਅੱਖਰਾਂ ਤੇ ਹੁੰਦੇ ਨੇ, ਔਰ ਇਸ ਕਬਿੱਤ ਦੇ ਵਿੱਚ ਇੱਕ ਵਿਸ਼ਰਾਮ ਜਿਹੜਾ ਕਿ 7ਵੇਂ ਅੱਖਰ ਤੇ ਹੁੰਦਾ ਹੈ। ਸੋ ਇਹ ਕਬਿੱਤ ਤੇਰੀ ਕਿਰਪਾ ਦੇ ਨਾਲ ਜੋ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਬਿਆਨ ਕਰਨ ਲੱਗੇ ਨੇ।